साध संग नानक जस गायो, जो प्रभ की अत प्यारी। धन वाहिगुरु साहिब जियो, श्री नानक पद पंकज बंधन पद पंकज सिमरो अंगद दुख निकंदन। गुर अमरदास हृदय नित ध्यान, हृदय नित ध्यान। गुर रामदास गुण गावा, गुर अर्जन विघ्नन के नाशक, विघ्नन के नाशक। श्री हरि गोबिंद शुभ मत प्रकाशक, श्री हर राय नमो कर जोरी, नमो कर जोरी। श्री हर कृष्ण मनावा होरी, गुर तेग बहादुर परम कृपाला। वाहिगुरु परम कृपाला। श्री गुरु गोबिंद सिंह विसाला, तारा तारा तार पुन पुन शीशा। वाहिगुरु पुन पुन शीशा। बंदा मार मार जगदीशा, या मह अमृत ज्ञान है, माणिक भगत बैराग। श्री गुरु ग्रंथ साहिब उदद, बंदा कर अनुराग। एकंकार सतगुरु, तेह प्रसाद सचु होए। वाहिगुरु जी की फतेह है, विघ्न विनाशन होए। वाहिगुरु जी की फतेह है, विघ्न विनाशन सोए। सतनाम वाहिगुरु साहिब जीओ, दृढ़ निश्चय राख्यो मन मोहि, मिले कृपा तेज किस नाही। परम समाड़ियो चवर शतर तख्त दे मालक, हाजरा हजूर ज़ाहरा ज़हूर, सर्व कला प्रभुर सिमरा सतगुरु। वालिए कुल आलम धन धन साहिब श्री गुरु ग्रंथ साहिब महाराज जी की पावन पवित्र हजूरी के अंदर संध्या वेले दे दीवाना की हाजरी भर करके रबी बाणी शोधा रहरास साहिब जी के पाठ के नाल जुड़ रहे सो। उपरंत अमृतमय बाणी के कीर्तन के नाल साझ बनाई। ਹੁਣ ਸਮਾਂ ਹੋਇਆ ਹੈ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ। ਕੱਲ ਦੇ ਦੀਵਾਨ ਦੇ ਅੰਦਰ ਸਾਂਝ ਪਾ ਰਹੇ ਸਾਂ ਕਿ ਰਾਜੇ ਸ਼ਿਵਨਾਮ ਦੇ ਕੋਲੋਂ ਭਾਈ ਮਨਸੁਖ ਜਦੋਂ ਤੁਰਨ ਲੱਗੇ, ਆਗਿਆ ਲੈਣ ਲੱਗੇ ਕਿ ਰਾਜਨ ਮੈਂ ਵਾਪਸ ਜਾਣਾ ਹੈ, ਤੇ ਰਾਜਾ ਸ਼ਿਵਨਾਮ ਕਹਿਣ ਲੱਗਾ ਭਾਈ ਮਨਸੁਖ ਤੇਰੇ ਕੋਲੋਂ ਮੈਂ ਬਾਬੇ ਦੀਆਂ ਗੱਲਾਂ ਸੁਣ ਕੇ ਬੜਾ ਆਨੰਦ ਮਾਣਦਾ ਸੀ, ਬੜਾ ਮਨ ਲੱਗਿਆ ਰਹਿੰਦਾ ਸੀ।
ਚਿੱਤ ਉਦਾਸ ਨਹੀਂ ਸੀ ਹੁੰਦਾ। ਅੱਜ ਤੂੰ ਚਲਾ ਚੱਲਿਆ ਏ ਤੇ ਇਹ ਗੱਲਾਂ ਕਿੱਥੋਂ ਸੁਣਾਂਗਾ। ਜਿਸ ਗੁਰੂ ਦੇ ਕੋਲੋਂ ਇੰਨੀ ਬਖਸ਼ਿਸ਼ ਰਹਿਮਤ ਤੇਰੇ ਉੱਤੇ ਹੋਈ ਆ, ਉਹਦੇ ਨਾਲ ਮੈਂ ਵੀ ਮਿਲਣਾ ਏ, ਕਿੱਥੇ ਮਿਲੇਗਾ ਉਹ। ਉਸ ਤੋਂ ਬਾਅਦ ਭਾਈ ਮਨ ਸੁਖ ਨੇ ਜੋ ਜਵਾਬ ਦਿੱਤਾ, ਆਓ ਉਹਦੇ ਨਾਲ ਸਾਂਝ ਬਣਾਈਏ। ਬੜੇ ਪਿਆਰ ਅਤੇ ਅਦਬ ਸਹਿਤ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਲਵਾਈਏ। ਬੜੇ ਅਦਬ ਸਹਿਤ ਸਾਰੇ ਹੀ ਰਸਨਾ ਨੂੰ ਪਵਿੱਤਰ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿਨ ਨਿਚਾ ਰਾਖਿਓ ਮਨ ਮਾਹੀ, ਮਿਲੇ ਕਿਰਪਾ ਦੇ ਕਿਛ ਨਾਹੀ। ਭਾਈ ਮਨ ਸੁਖ ਜੀ ਰਾਜੇ ਸ਼ਿਵਨਾਥ ਨੂੰ ਕਹਿਣ ਲੱਗੇ, ਰਾਜਨ ਚਿੰਤਾ ਨਾ ਕਰ, ਝੋਰਾ ਨਾ ਕਰ। ਜਿਸ ਗੁਰੂ ਦੀ ਉਡੀਕ ਤੈਨੂੰ ਹੈ ਨਾ, ਉਸ ਗੁਰੂ ਦੇ ਉੱਤੇ ਦ੍ਰਿੜ ਨਿਸ਼ਚਾ ਰੱਖ। ਕੱਲ ਵੀ ਬੇਨਤੀ ਕੀਤੀ ਸੀ, ਜਦੋਂ ਤੱਕ ਸਾਡੀ ਜ਼ਿੰਦਗੀ ਦੇ ਅੰਦਰ ਦ੍ਰਿੜ ਨਿਸ਼ਚਾ ਨਹੀਂ ਹੋਵੇਗਾ, ਗੁਰੂ ਦੇ ਉੱਤੇ ਪੂਰਨ ਭਰੋਸਾ ਨਹੀਂ ਹੋਵੇਗਾ, ਉਹਨਾਂ ਚਿਰ ਤੱਕ ਗੁਰੂ ਦੀ ਬਖਸ਼ਿਸ਼ ਸਾਨੂੰ ਨਹੀਂ ਮਿਲੇਗੀ। ਜਿਨ੍ਹਾਂ ਨੇ ਗੁਰੂ ਦੇ ਉੱਤੇ ਦ੍ਰਿੜ ਨਿਸ਼ਚਾ ਕੀਤਾ, ਬਖਸ਼ਿਸ਼ਾਂ ਰਹਿਮਤਾਂ ਉਹਨਾਂ ਦੇ ਉੱਤੇ ਵਰਤੀਆਂ। ਜਿਨ੍ਹਾਂ ਨੇ ਦ੍ਰਿੜ ਨਿਸ਼ਚਾ ਨਹੀਂ ਕੀਤਾ, ਬਖਸ਼ਿਸ਼ਾਂ ਨਹੀਂ ਵਰਤੀਆਂ, ਰਹਿਮਤਾਂ ਨਹੀਂ ਫਿਰ ਉਹਨਾਂ ਨੂੰ ਮਿਲਦੀਆਂ ਜਿਨ੍ਹਾਂ ਦੇ ਹਿਰਦੇ ਕੱਚੇ। ਸਤਿਗੁਰੂ ਕਹਿੰਦੇ ਉਹਨਾਂ ਦਾ ਹੀ ਮਨ ਪਵਿੱਤਰ ਹੈ ਜਿਹੜੇ ਗੁਰੂ ਦੇ ਨਾਲ ਜੁੜੇ ਨੇ। ਜਿਨ੍ਹਾਂ ਦੇ ਅੰਦਰ ਦ੍ਰਿੜ ਨਿਸ਼ਚਾ ਹੈ ਉਹ ਗੁਰੂ ਦੇ ਨਾਲ ਸਾਂਝ ਬਣਾ ਸਕਦੇ, ਜਿਹੜੇ ਅੰਦਰੋਂ ਜੁੜੇ ਹੋਏ, ਬਾਹਰੋਂ ਨਹੀਂ। ਦ੍ਰਿੜ ਨਿਸ਼ਚਾ ਵੀ ਉਹਨਾਂ ਦੇ ਹਿਰਦਿਆਂ 'ਚ ਆਏਗਾ ਜਿਹੜਾ ਮਨ ਕਰਕੇ ਜੁੜਨਾ ਚਾਹ ਰਿਹਾ ਹੈ, ਜਿਹੜਾ ਮਨ ਕਰਕੇ ਜੁੜ ਰਿਹਾ ਹੈ, ਉਹਦੇ ਅੰਦਰ ਹੀ ਦ੍ਰਿੜ ਨਿਸ਼ਚਾ ਆਏਗਾ। ਭਗਤ ਫਰੀਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਲਫ਼ਜ਼ ਪੜ੍ਹਦੇ, ਅੰਮ੍ਰਿਤਮਈ ਬੋਲੇ ਸ਼ੇਖ ਫਰੀਦ ਸਾਹਿਬ ਜੀ ਦੇ। ਭਗਤ ਸਾਹਿਬ ਕਹਿੰਦੇ, ਦੇਖ ਜ਼ਿੰਦਗੀ ਦੇ ਅੰਦਰ ਬੜੇ ਮਿਲਣਗੇ ਤੈਨੂੰ ਜਿਹੜੇ ਕਹਿਣਗੇ ਸਾਂਝ ਬਣੀ ਹੋਈ ਹੈ ਸਾਡੀ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ, ਜਿਹੜੇ ਗੱਲ ਨਹੀਂ ਕਹਿ ਦੇਣਗੇ। ਪਰ ਜਿੱਦਣ ਗੱਲ ਆਏਗੀ ਨਾ ਸਾਂਝ ਦੀ, ਉਦੋਂ ਉਹਨਾਂ ਦਾ ਜੀਵਨ ਕਿਰਦਾਰ ਦੇਖੀ ਪਤਾ ਲੱਗ ਜਾਏਗਾ। ਉਹਨਾਂ ਦੀ ਨਿਸ਼ਾਨੀ ਇਹ ਹੈ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ, ਮੂੰਹ ਤੋਂ ਕੁਝ ਹੋਰ ਤੇ ਮਨ ਤੋਂ ਕੁਝ ਹੋਰ। ਭਗਤ ਸਾਹਿਬ ਕਹਿੰਦੇ ਫਿਰ ਉਹ ਕੱਚੇ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, ਕੱਚੇ ਆਖੇ ਜਾਂਦੇ ਨੇ। ਭਾਈ ਮਨ ਸੁਖ ਕਹਿੰਦਾ ਫਿਰ ਇਹ ਰਾਜਨ ਆਪਣੇ ਹਿਰਦੇ ਦੇ ਅੰਦਰ ਦ੍ਰਿੜ ਨਿਸ਼ਚਾ ਰੱਖ, ਦ੍ਰਿੜ ਨਿਸ਼ਚਾ ਰੱਖੇਗਾ, ਉਹ ਅਕਾਲ ਪੁਰਖ ਵਾਹਿਗੁਰੂ ਤੇਰੇ ਉੱਤੇ ਰਹਿਮਤ ਕਰੇਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਨੂੰ ਤੂੰ ਯਾਦ ਕਰਦਾ ਪਿਆ ਹੈ, ਉਹ ਤੇਰੇ ਕੋਲ ਜ਼ਰੂਰ ਆਉਣਗੇ। ਅਸਤੇ ਕਰੀ ਪਰਸ ਪਰ ਬੰਦਨਾ, ਦਮ ਸਿਮਰਤ ਬਿਨ ਕੰਦਨਾ। ਇਹਦਾ ਕਹਿ ਕਰਕੇ ਭਾਈ ਮਨ ਸੁਖ ਨੇ ਨਮਸਕਾਰ ਕੀਤੀ ਹੈ ਰਾਜੇ ਸ਼ਿਵਨਾਥ ਨੂੰ ਔਰ ਉਸ ਅਕਾਲ ਪੁਰਖ ਪਰਮਾਤਮਾ ਨੂੰ। ਸਤਿਗੁਰਾਂ ਦੀ ਪਾਵਨ ਸਾਖੀ ਨੂੰ, ਗੁਰੂ ਦੇ ਪਾਵਨ ਸਿਧਾਂਤ ਨੂੰ ਚੇਤੇ ਰੱਖਦਿਆਂ ਹੋਇਆਂ ਹਿਰਦੇ ਦੇ ਅੰਦਰ ਸਿਮਰਨ ਕਰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਦਾ ਉਸ ਜਗ੍ਹਾ ਤੋਂ ਤੁਰਿਆ ਪੁੱਤਰ ਕੇ ਮਨ ਦੇ ਲਾਗੇ, ਸਿਮਰੈ ਨਿਸ ਬਾਸਨ ਵੜ ਭਾਗੇ। ਹੁਣ ਉਧਰ ਰਾਜੇ ਸ਼ਿਵਨਾਥ ਦੇ ਮਨ ਦੇ ਅੰਦਰ ਬਾਰ-ਬਾਰ ਇੱਕੋ ਹੀ ਗੱਲ ਚੱਲਦੀ ਹੈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੈ ਚਾਤ੍ਰਿਕੀ ਨਿਆਈ, ਤ੍ਰਿਖਾਨ ਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਬਿਨਾ ਗੁਰੂ ਦੇ ਦਰਸ਼ਨਾਂ ਤੋਂ ਹੁਣ ਮਨ ਟਿਕਦਾ ਹੀ ਨਹੀਂ ਹੈ। ਚਾਤ੍ਰਿਕ ਵਾਂਗ ਬਸ ਦੌੜਦਾ ਹੈ ਕਿ ਗੁਰੂ ਦੇ ਦਰਸ਼ਨ ਮਿਲ ਜਾਣ, ਗੁਰੂ ਦਾ ਸਿਧਾਂਤ ਮਿਲ ਜਾਵੇ। ਔਰ ਇਹਦਾ ਕਰਦਿਆਂ ਕਰਦਿਆਂ ਮਨ ਸਿਮਰਨ ਦੇ ਅੰਦਰ ਜੁੜਿਆ ਹੋਇਆ, ਹਮੇਸ਼ਾ ਮਨ ਗੁਰੂ ਦੇ ਚਰਨਾਂ ਦਾ ਭੌਰਾ ਬਣਿਆ ਹੋਇਆ ਹੈ, ਗੁਰੂ ਦੇ ਚਰਨਾਂ ਦੇ ਅੰਦਰ ਟਿਕਿਆ ਰਹਿੰਦਾ ਹੈ, ਗੁਰੂ ਗੁਰੂ ਕਰਦਾ ਰਹਿੰਦਾ ਹੈ, ਗੁਰੂ ਨੂੰ ਚੇਤੇ ਦੇ ਵਿੱਚ ਰੱਖਦਾ ਹੈ।
ਘਟਤ ਗੰਤ ਨਾਮੋ ਕੈਸਰੀ ਨਾਨਕ ਨਿਤ ਸੁਖ ਧਾਮੋ। ਉੱਠਦਿਆਂ ਬੈਠਦਿਆਂ ਫਿਰ ਇਹ ਨਹੀਂ ਕੋਈ ਸਮਾਂ ਨਿਸ਼ਚਿਤ ਨਹੀਂ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਚਾਹ ਹੈ ਨਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਲਗਨ ਲੱਗੀ ਹੈ ਗੁਰੂ ਦੇ ਸ਼ਬਦ ਵਾਸਤੇ, ਫਿਰ ਉਹ ਸਮਾਂ ਨਹੀਂ ਦੇਖਦੇ ਵੀ ਆਹ ਸਮੇਂ ਭਗਤੀ ਕਰਨੀ ਆ, ਇੰਨਾ ਸਮਾਂ ਭਗਤੀ ਕਰਨੀ ਆ, ਇੰਨਾ ਸਮਾਂ ਸਿਮਰਨ ਕਰਨਾ ਹੈ। ਫਿਰ ਉਹ ਇਹਨਾਂ ਗਿਣਤੀਆਂ ਮਿਣਤੀਆਂ 'ਚ ਨਹੀਂ ਪੈਂਦੇ। ਸਤਿਗੁਰੂ ਕਹਿੰਦੇ ਜੇ ਤੂੰ ਗਿਣਤੀਆਂ ਮਿਣਤੀਆਂ ਕਰਦਾ ਪਿਆ ਹੈ ਨਾ, ਗੁਰੂ ਦੇ ਸਿੱਖ ਨੂੰ ਇਹ ਹੁਕਮ ਹੈ ਕਿ ਕਦੋਂ ਗਾਉਣਾ ਹੈ, ਕਿਸੇ ਖਾਸ ਸਮੇਂ ਨਹੀਂ। ਊਠਤ ਬੈਠਤ ਸੋਵਤ ਧਿਆਈਆ ਹੈ, ਮਾਰਗ ਚਲਤ ਹਰੇ ਹਰ ਗਾਈਆ। ਕੋਈ ਐਸਾ ਸਮਾਂ ਹੀ ਨਾ ਆਵੇ ਵੀ ਜਦੋਂ ਤੈਨੂੰ ਚੇਤਾ ਭੁੱਲ ਜਾਏ, ਗੁਰੂ ਦੇ ਸਿਧਾਂਤ ਦਾ ਚੇਤਾ ਭੁੱਲ ਜਾਏ। ਬਸ ਉਹੀ ਸਿਮਰਨ ਹੈ, ਇਹੀ ਸਿਮਰਨ ਹੈ। ਸਾਸ ਗਿਰਾਸ ਧਿਆਏ ਮੇਰਾ ਹਰ ਹਰ। ਹਰੇਕ ਸਾਹ ਦੇ ਨਾਲ ਤੈਨੂੰ ਤੇ ਚੇਤਾ ਰਵੇ ਗੁਰੂ ਦਾ ਸ਼ਬਦ ਵੀ ਮੇਰੇ ਗੁਰੂ ਨੇ ਆ ਰਹਿਮਤ ਕੀਤੀ ਆ, ਜਿਹੜਾ ਕਰਮ ਮੈਂ ਕਰਨ ਚੱਲਿਆ ਹਾਂ। ਮੈਂ ਅਕਸਰ ਇੱਕ ਬੇਨਤੀ ਕਰਦਾ, ਸਾਡੀ ਸੋਚ ਦੇ ਅੰਦਰ ਇਹਨਾਂ ਦੀਆਂ ਕੁਝ ਨਾ ਗੱਲਾਂ ਬੈਠੀਆਂ ਹੋਈਆਂ ਨੇ। ਗੁਰੂ ਦੇ ਸ਼ਬਦ ਜਿਹੜੇ ਨੇ ਉਹ ਸਾਨੂੰ ਇੱਕ ਨਾ ਖਾਸ ਜਿਹੇ ਰੱਖੇ ਹੋਏ ਨੇ। ਆਹ ਸ਼ਬਦ ਇਸ ਵਕਤ ਪੜ੍ਹਨਾ, ਆਹ ਸ਼ਬਦ ਸਿਰਫ ਇਸ ਵਕਤ ਪੜ੍ਹਨਾ ਹੈ, ਆਹ ਸ਼ਬਦ ਸਿਰਫ ਇਸ ਵਕਤ ਪੜ੍ਹਨਾ, ਅੱਗੋਂ ਪਿੱਛੋਂ ਨਹੀਂ ਪੜ੍ਹਨੀ। ਇਦਾਂ ਕਈ ਵਾਰ ਸਾਨੂੰ ਲੱਗਦਾ। ਹੁਣ ਇੱਕ ਸ਼ਬਦ ਹੈ ਸਤਿਗੁਰੂ ਦਾ ਪੌੜੀ ਰੂਪ ਦੇ ਅੰਦਰ, ਅਸੀਂ ਕਦੋਂ ਪੜ੍ਹਦੇ ਅਕਸਰ ਜ਼ਿਆਦਾਤਰ ਆਮ ਤੇ ਘੱਟ ਹੀ ਪੜ੍ਹਿਆ ਜਾਂਦਾ ਹੈ। ਅਸੀਂ ਜ਼ਿਆਦਾਤਰ ਸਿਰਫ ਉਹ ਸ਼ਬਦ ਉਸ ਵਕਤ ਵਾਸਤੇ ਰੱਖਿਆ ਹੈ ਜਦੋਂ ਕਿਸੇ ਦਾ ਇੱਕ ਆਨੰਦ ਕਾਰਜ ਹੋਵੇ, ਉਸ ਤੋਂ ਪਹਿਲਾਂ ਹੀ ਪੜ੍ਹਿਆ ਜਾਂਦਾ। ਕੀਤਾ ਲੋੜੀਆ ਕੰਮ ਸੁਹਰ ਪਿਆ ਕੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਹੁਣ ਇਹ ਸ਼ਬਦ ਅਸੀਂ ਸਿਰਫ ਤੇ ਸਿਰਫ ਆਨੰਦ ਕਾਰਜ ਵੇਲੇ ਵਾਸਤੇ ਰੱਖਿਆ, ਉਦਾਂ ਨਹੀਂ ਸੁਣਨ ਲੱਗਦਾ। ਹਾਲਾਂਕਿ ਇਹ ਸਾਡੀ ਜ਼ਿੰਦਗੀ ਦਾ ਆਧਾਰ ਸੀ ਕਿ ਕੋਈ ਵੀ ਕਰਮ ਕਰਨ ਚੱਲੇ ਆ, ਗੁਰੂ ਨੂੰ ਪਹਿਲਾਂ ਪੁੱਛੀਏ। ਮਾਫ ਕਰ ਦੇਣਾ, ਇੱਕ ਬੇਨਤੀ ਜ਼ਰੂਰ ਕਰਾਂਗਾ। ਸ਼ਬਦ ਤੇ ਸਤਿਗੁਰੂ ਦਾ ਜ਼ਰੂਰ ਪੜ੍ਹਦੇ ਆ ਆਨੰਦ ਕਾਰਜ ਵੇਲੇ। ਆਨੰਦ ਕਾਰਜ ਤੋਂ ਪਹਿਲਾਂ ਭਾਈ ਸਾਹਿਬ ਸ਼ਬਦ ਜ਼ਰੂਰ ਗਾਉਂਦੇ ਨੇ, ਪਰ ਚਿੱਤ ਦੇ ਅੰਦਰ ਧਿਆਨ ਮਾਰ ਕੇ ਇੱਕ ਵਾਰ ਦੇਖੀਏ ਕਿ ਜਦੋਂ ਇਹ ਸ਼ਬਦ ਪੜ੍ਹ ਰਹੇ ਹੁੰਦੇ ਆ ਭਾਈ ਸਾਹਿਬ, ਕਦੇ ਮਨ ਦੇ ਅੰਦਰ ਖਿਆਲ ਕਰੀਏ ਕਿ ਮੈਂ ਆਨੰਦ ਕਾਰਜ ਕਰਵਾਉਣ ਆਇਆ ਆਪਣੇ ਧੀ ਦਾ, ਆਪਣੇ ਪੁੱਤਰ ਦਾ, ਆਪਣਾ ਕਰਾਉਣ ਆਏ। ਮੈਂ ਇਹ ਗੁਰੂ ਦਾ ਸ਼ਬਦ ਸਿਰਫ ਪੜ੍ਹ ਰਿਹਾ ਕਿ ਮੰਨਿਆ ਵੀ ਆ। ਕਿ ਮੈਂ ਕਿਤੇ ਇਦਾਂ ਤਾਂ ਨਹੀਂ ਕੀਤਾ ਕਿ ਗੁਰੂ ਦੇ ਕੋਲ ਆਉਣ ਤੋਂ ਪਹਿਲਾਂ ਮੈਂ ਕਿਸੇ ਹੋਰ ਦੇ ਕੋਲ ਤੁਰਿਆ ਫਿਰਦਾ ਵੀ ਮੈਨੂੰ ਚੰਗਾ ਜਿਹਾ ਦੇਣ ਦੱਸ ਦਿਓ। ਇਦਾਂ ਨਹੀਂ ਕਰਦਾ, ਮਾਫ ਕਰ ਦੇਣਾ। ਸਾਡੀ ਹਾਲਤ ਕੁਝ ਇਦਾਂ ਦੀ ਬਣੀ ਹੋਈ ਹੈ। ਜੇ ਤੇ ਇਦਾਂ ਕਰਦੇ ਆ ਤੇ ਫਿਰ ਉਹ ਪੜਿਆ ਹੋਇਆ ਸ਼ਬਦ ਉਸ ਵਕਤ ਫਿਰ ਉਹੀ ਹਾਲ ਹੋ ਜਾਏਗਾ ਕਿ ਗਾਉਂਦੇ ਸਾਰੇ ਨੇ ਪਰ ਮੰਨਦਾ ਕੋਈ ਵੀ ਨਹੀਂ। ਗਾਉਂਦੇ ਦੇ ਸਾਰੇ ਨੇ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ। ਫਿਰ ਉਹ ਗਾ ਸੁਣ ਤੇ ਸਾਰੇ ਰਹੇ। ਸਤਿਗੁਰੂ ਕਹਿੰਦੇ ਮੈਂ ਥਾਏ ਕਿਹਨਾਂ ਦੀ ਪਏਗੀ, ਜੇ ਨਾ ਸਤਿਗੁਰ ਕੀ ਆਗਿਆ ਸਤ ਸਤ ਕਰਨਾ। ਜਿਨ੍ਹਾਂ ਨੇ ਸਤ ਸਤ ਕਰਕੇ ਮੰਨੀ ਹੋਈ ਹੈ, ਇਹ ਨਾ ਹੋਵੇ ਕਿ ਸਾਰਾ ਕੁਝ ਤੇ ਪਹਿਲੋਂ ਹੋਰਾਂ ਕੋਲੋਂ ਪੁੱਛ ਕੇ ਆ ਗਏ, ਕਿਸੇ ਦੇ ਕੋਲੋਂ ਪੁੱਛ ਕੇ ਆ ਗਏ ਵੀ ਦਿਨ ਕਿਹੜਾ ਚੰਗਾ ਹੈ, ਕਿਸੇ ਦੇ ਫਿਰ ਜਦੋਂ ਆਨੰਦ ਕਾਰਜ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਆਉਂਦੇ ਆ ਸਤਿਗੁਰੂ ਦੇ ਕੋਲ ਵੀ ਹੁਣ ਅਰਜ਼ੋਈ ਕਰ, ਹੁਣ ਅਰਦਾਸ ਕਰ ਦੋ ਵੀ ਅੱਜ ਆਨੰਦ ਕਾਰਜ ਨੇ, ਫਿਰ ਆ ਸ਼ਬਦ ਪੜ੍ਹ ਦੋ। ਸਾਰਾ ਕੁਝ ਤੇ ਦੂਜਿਆਂ ਦੇ ਕੋਲੋਂ ਪੁੱਛ ਕੇ ਆ ਗਏ। ਇਹ ਸ਼ਬਦ ਪੜਿਆ ਕਿਹੜੇ ਦੇਖੇ ਲੱਗੇ ਕਿ ਕੀਤਾ ਲੋੜੀਆ ਕੰਮ ਸੁਹਰ ਪਿਆ ਕੀ। ਇਹ ਸਾਡੀ ਜ਼ਿੰਦਗੀ ਦਾ ਆਧਾਰ ਹੈ। ਤੁਰਨ ਲੱਗੇ ਆ ਘਰੋਂ ਕਿਸੇ ਵੀ ਕਾਰਜ ਵੇਲੇ ਗੁਰੂ ਦੇ ਅੱਗੇ ਅਰਜ਼ੋਈ ਕਰਕੇ ਤੁਰੀਏ ਵੀ ਸਤਿਗੁਰੂ ਆ ਕਾਰਜ ਕਰਨ ਚੱਲੇ ਆ, ਆਪ ਵਿੱਚ ਵਰਤੀ ਔਰ ਸਮਰਥ ਬਖਸ਼ੀ। ਠੀਕ ਹੈ ਜਾਂ ਗਲਤ ਹੈ, ਤੇਰੇ ਸਿਧਾਂਤ ਤੋਂ ਉਲਟ ਤਾਂ ਨਹੀਂ। ਹੁਣ ਜਦੋਂ ਮਨੁੱਖ ਘਰੋਂ ਤੁਰੇਗਾ ਅਰਦਾਸ ਕਰਕੇ ਇਹ ਸ਼ਬਦ ਪੜ੍ਹ ਕੇ ਵੀ ਕੀਤਾ ਲੋੜੀਆ ਕੰਮ ਸੁਹਰ ਪਿਆ ਕੀ, ਦੁਕਾਨ ਤੇ ਜਾ ਕੇ ਬੈਠੇਗਾ ਜਿਨ੍ਹਾਂ ਦੇ ਅੰਦਰ ਦ੍ਰਿੜ ਨਿਸ਼ਚਾ ਉਹ ਹਮੇਸ਼ਾ ਚੇਤਾ ਰੱਖੇਗਾ। ਫਿਰ ਦੁਕਾਨ ਵੱਲ ਨੂੰ ਤੁਰਿਆ ਚੇਤਾ ਰਹੇਗਾ ਕਿ ਮੈਂ ਕਿਤੇ ਮਾੜਾ ਤਾਂ ਨਹੀਂ ਕਰ ਰਿਹਾ, ਕਿਸੇ ਨਾਲ ਠੱਗੀ ਤਾਂ ਨਹੀਂ ਕਰ ਰਿਹਾ। ਵਪਾਰ ਕਰਨ ਚੱਲਿਆ ਚੇਤਾ ਰਹੇਗਾ ਠੱਗੀ ਤਾਂ ਨਹੀਂ ਕਰ ਰਿਹਾ। ਪੜ੍ਹਾਉਣ ਚੱਲਿਆ ਚੇਤਾ ਰਹੇਗਾ ਕਿ ਮੈਂ ਜ਼ਿੰਮੇਵਾਰੀ ਦੇ ਨਾਲ ਪੜ੍ਹਾ ਰਿਹਾ। ਪੜ੍ਹਨ ਚੱਲਿਆ ਮੈਨੂੰ ਚੇਤਾ ਰਹੇਗਾ ਕਿ ਜ਼ਿੰਮੇਵਾਰੀ ਦੇ ਨਾਲ ਪੜ੍ਹਨਾ ਹੈ। ਹਰੇਕ ਫਰਜ਼ ਜ਼ਿੰਮੇਵਾਰੀ ਦੇ ਨਾਲ ਨਿਭਾਉਣ ਦੀ ਜਾਚ ਆ ਜਾਏਗੀ, ਕਿਉਂਕਿ ਚੇਤਾ ਰਹੇਗਾ ਗੁਰ ਮੇਰਾ ਸੰਗ
ਸਦਾ ਹੈ ਨਾਲ, ਗੁਰੂ ਮੇਰੇ ਨੇੜੇ ਹੈ। ਜਦੋਂ ਇਹਦਾ ਦ੍ਰਿੜ ਨਿਸ਼ਚਾ ਹੋ ਗਿਆ, ਭਰੋਸਾ ਵੱਜ ਗਿਆ, ਫਿਰ ਸਿੱਖ ਕੀ ਤੇ ਫਿਰ ਗਲਤ ਕੀ? ਸਿੱਖ ਗਲਤ ਨਹੀਂ ਕਰੇਗਾ। ਫਿਰ ਇਹਦਾ ਮਾੜਾ ਤੇ ਫਿਰ ਕਿਵੇਂ ਕਰ ਸਕਦਾ ਹੈ? ਜਿਹਨੂੰ ਚੇਤਾ ਹੈ ਵੀ ਗੁਰੂ ਮੇਰੇ ਨਾਲ ਹੈ, ਕਿ ਕਿਸੇ ਦੇ ਨਾਲ ਠੱਗੀ, ਕਿਸੇ ਦੇ ਨਾਲ ਮਾੜਾ, ਕਿਸੇ ਦੇ ਨਾਲ ਧੱਕਾ ਕਿਵੇਂ ਕਰ ਸਕੇਗਾ? ਨਹੀਂ ਕਰੇਗਾ ਕਦੇ। ਤੇ ਉਹਦੇ ਹਿਰਦੇ ਦੇ ਅੰਦਰੋਂ ਇਹ ਨਿਕਲ ਜਾਏਗੀ ਜਿਹਨੇ ਇਹਦਾ ਸਾਸ ਗ੍ਰਾਸ ਚੇਤਾ ਕੀਤਾ ਹੈ। ਮੋਰ ਸਮਾਨ ਪਿਓ ਮਨ ਮੋਰਾ, ਕਬੈ ਮਿਲਾ ਹੈ ਕੈ ਕਨੋਰਾ। ਰਾਜੇ ਸ਼ਿਵ ਨਾਮ ਦਾ ਮਨ ਮੋਰ ਵਰਗਾ ਹੋਇਆ। ਜਿਵੇਂ ਮੋਰ ਚਾਹੁੰਦਾ ਹੈ ਨਾ ਹਮੇਸ਼ਾ ਹੀ ਬੱਦਲ ਆ ਜਾਏ, ਮੇਘ ਵਰਸ ਜਾਵੇ, ਬਾਰਿਸ਼ ਹੋ ਜਾਵੇ। ਹੁਣ ਮੇਰਾ ਮਨ ਵੀ ਰਾਜਾ ਸ਼ਿਵਨਾਮ ਕਹਿੰਦਾ ਉਦਾਂ ਨਹੀਂ ਹੋਇਆ ਕਿ ਮੈਂ ਹਮੇਸ਼ਾ ਚਾਹੁੰਦਾ ਕਿ ਉਸ ਗੁਰੂ ਦੇ ਦਰਸ਼ਨ ਹੋ ਜਾਏ ਜਿਸ ਦੀ ਨਾਗ ਮੇਰੇ ਹਿਰਦੇ ਦੇ ਅੰਦਰ ਹੈ। ਚਾਤਰ ਕੋ ਪਿਆਸ ਬੁਖਾਰਤ, ਚਾਤ ਸਵਾਨ ਦਸ ਹਰ ਹਾਲਤ। ਜਿਵੇਂ ਚਾਤਰਕ ਉਹ ਹਮੇਸ਼ਾ ਚਾਹੁੰਦਾ ਹੈ, ਪਾਣੀ ਕਿੰਨਾ ਵੀ ਹੈ ਥੱਲੇ ਧਰਤੀ ਦੇ ਉੱਤੇ, ਜ਼ਮੀਨ ਦੇ ਉੱਤੇ, ਉਹ ਕਦੇ ਉਹਦੇ ਵਿੱਚੋਂ ਇੱਕ ਘੁੱਟ ਨਹੀਂ ਭਰਦਾ। ਬਿਨਾਂ ਪਾਣੀ ਤੋਂ ਉਹਦੀ ਮੌਤ ਹੋ ਜਾਂਦੀ ਹੈ, ਪਰ ਉਹ ਹਮੇਸ਼ਾ ਚਾਹੁੰਦਾ ਕੀ ਹੈ, ਮੈਨੂੰ ਉਹ ਸਵਾਦ ਦੀ ਬੂੰਦ ਜਿਹੜੀ ਬਾਰਿਸ਼ ਚੋਂ ਆ ਰਹੀ ਹੈ ਉਹ ਸਿੱਧੀ ਮਿਲ ਜਾਏ, ਥੱਲੇ ਦਾ ਪਾਣੀ ਨਹੀਂ ਪੀਣਾ। ਜਿੱਦਾਂ ਉਹਦਾ ਮਨ ਜੁੜਿਆ ਹੋਇਆ ਹੈ, ਬਸ ਉਹਨਾਂ ਦੀ ਅਰਜ਼ੋਈ ਕਰਿਆ ਕਰਕੇ ਸਤਿਗੁਰੂ ਮੈਂ ਕਿਸੇ ਦੇ ਕੋਲੋਂ ਕੋਈ ਸਿੱਖਿਆ ਲੈਣੀ ਨਹੀਂ, ਮੈਂ ਕਿਸੇ ਦੇ ਕੋਲੋਂ ਪੁੱਛਣ ਜਾਣਾ ਨਹੀਂ, ਕਿਸੇ ਹੋਰ ਦੇ ਅੱਗੇ ਅਰਜ਼ੋਈ ਕਰਦਾ ਹੀ ਨਹੀਂ, ਮੈਂ ਅਰਦਾਸ ਕਿਸੇ ਦੇ ਕੋਲ ਨਹੀਂ ਜਾ ਕੇ ਕਰਨੀ, ਮੈਂ ਕਿਸੇ ਬੰਦੇ ਦੇ ਕੋਲੋਂ ਨਹੀਂ ਮੰਗਣਾ। ਜੇ ਮੈਂ ਮੰਗਾਂਗਾ ਤੇ ਸਤਿਗੁਰੂ ਤੇਰੇ ਕੋਲੋਂ ਮੰਗਾਂ, ਔਰ ਤੇਰੇ ਕੋਲੋਂ ਮੰਗਾਂਗਾ ਕੀ? ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣੇ। ਗੁਰੂ ਦੇ ਕੋਲੋਂ ਆ ਕੇ ਹਰੀ ਦਾ ਜਸ, ਗੁਰੂ ਦੇ ਚਰਨਾਂ ਦਾ ਪਿਆਰ ਮੰਗਿਆ ਕਰੀਏ। ਜਿੱਦਾਂ ਦੀ ਪਿਆਸ ਉਸ ਰਾਜੇ ਸ਼ਿਵਨਾਮ ਦੇ ਹਿਰਦੇ ਦੇ ਅੰਦਰ ਹੈ, ਉਸ ਪਪੀਹੇ ਵਰਗੀ, ਉਸ ਚਾਤਰਕ ਵਰਗੀ, ਉਦਾਂ ਦੀ ਅਰਦਾਸ ਕਰਿਆ ਕਰੀਏ ਵੀ ਸਤਿਗੁਰੂ ਉਦਾਂ ਦੀ ਪਿਆਸ ਮੇਰੇ ਹਿਰਦੇ ਦੇ ਅੰਦਰ ਲੱਗ ਜਾਵੇ। ਦਿਲ ਭਏ ਚਕੋਰ ਵਿਚਾਰੇ, ਚੰਦ ਬਦਨ ਕਬ ਆਨੰਦ ਕਰੇ। ਇੱਕ ਹੋਰ ਉਦਾਹਰਨ ਦਿੱਤਾ, ਕਹਿੰਦੇ ਜਿਵੇਂ ਚਕੋਰ ਹਮੇਸ਼ਾ ਚਾਹੁੰਦਾ ਹੈ, ਚਕਵੀ ਤੇ ਚਕੋਰ ਉਹ ਹਮੇਸ਼ਾ ਚਾਹੁੰਦੇ ਨੇ ਕਿ ਸੂਰਜ ਨਿਕਲ ਆਵੇ। ਸਾਰੀ ਰਾਤ ਉਹ ਮਿਲ ਨਹੀਂ ਸਕਦੇ, ਜਦੋਂ ਸੂਰਜ ਨਿਕਲਦਾ ਹੈ ਤੇ ਫਿਰ ਉਹ ਹਮੇਸ਼ਾ ਸਾਰੀ ਰਾਤ ਇਹ ਚਾਹੁੰਦੇ ਰਹਿੰਦੇ ਨੇ ਕਿ ਕਦੋਂ ਇਹ ਚੰਦ ਚਲਾ ਜਾਵੇ ਤੇ ਸੂਰਜ ਨਿਕਲ ਆਵੇ, ਸਾਡਾ ਮੇਲ ਹੋ ਜਾਏ। ਇਦਾਂ ਦੀ ਅਰਦਾਸ ਸਾਡੇ ਹਿਰਦੇ ਦੇ ਅੰਦਰ ਉਦਣ ਪੈਦਾ ਹੋਏਗੀ ਜਿਸ ਦਿਨ ਬਿਰਹਾ, ਜਿਸ ਦਿਨ ਤਾਂਘ ਬਣਦੀ ਗੁਰੂ ਦੇ ਦਰਸ਼ਨ ਕਰਨ ਦੀ। ਫਿਰ ਇਦਾਂ ਦੀ ਤਾਂਘ ਬਣਦੀ ਹੈ ਕਿ ਸਤਿਗੁਰੂ ਕਦੋਂ ਆਉਣਗੇ। ਰਾਜੇ ਸ਼ਿਵਨਾਮ ਦਾ ਵੀ ਇਹੀ ਹਾਲ ਹੈ, ਉਹ ਹਮੇਸ਼ਾ ਚਾਹੁੰਦਾ ਹੈ ਕਿ ਕਦੋਂ ਇਹ ਹਨੇਰਾ ਮੇਰੇ ਜ਼ਿੰਦਗੀ ਦੇ ਅੰਦਰੋਂ ਅਗਿਆਨਤਾ ਦਾ ਦੂਰ ਹੋਵੇ, ਕਦੋਂ ਉਹ ਸਤਿਗੁਰੂ ਕਿਰਪਾਲੂ ਦਾਤਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਤਲਵੰਡੀ ਦੀ ਧਰਤੀ ਤੋਂ ਤੁਰੇ ਹੋਏ ਨੇ ਪ੍ਰਚਾਰ ਫੇਰੀ ਵਾਸਤੇ, ਕਦੋਂ ਆ ਕੇ ਮੈਨੂੰ ਦਰਸ਼ਨ ਦੇਵਣਗੇ। ਸੁਣੋ ਮੈਂ ਦੀਨ ਦਿਆਲਾ, ਯੰਤੇ ਆਸ ਕਰੋ ਵਿਸਾਲਾ। ਉਹ ਕਹਿੰਦਾ ਸਤਿਗੁਰੂ ਰਹਿਮਤ ਕਰੋ। ਆਪਣਾ ਸੁਭਾਅ, ਤੁਹਾਡਾ ਸੁਭਾਅ ਹੈ ਨਾ ਵੀ ਜਿਹੜਾ ਤੁਹਾਡਾ ਸੇਵਕ ਹੈ, ਜਿਹੜਾ ਤੁਹਾਡੀ ਸ਼ਰਨ ਚ ਆਇਆ ਹੋਇਆ ਹੈ, ਤੁਸੀਂ ਉਹਦੇ ਉੱਤੇ ਬਖਸ਼ਿਸ਼ਾਂ ਕਰਦੇ ਹੋ, ਉਹਨੂੰ ਜਾ ਕੇ ਦਰਸ਼ਨ ਦਿੰਦੇ ਹੋ, ਤੁਸੀਂ ਆਪ ਰਹਿਮਤ ਕਰਦੇ ਹੋ। ਮੈਂ ਸੁਣਿਆ ਹੋਇਆ ਹੈ ਕਿ ਜਿਹੜਾ ਤੁਹਾਡੀ ਸ਼ਰਨ ਚ ਆ ਗਿਆ ਉਹਦੇ ਉੱਤੇ ਰਹਿਮਤ ਕਰ ਦਿੰਦੇ ਹੋ। ਮੈਂ ਤੁਹਾਡੀ ਸ਼ਰਨ ਚ ਆਇਆ, ਆਪਣਾ ਸੁਭਾਅ ਜਿਹੜਾ ਹੈ ਤੁਹਾਡਾ, ਉਸ ਸੁਭਾਅ ਨੂੰ ਪਾੜੋ ਤੇ ਮੈਨੂੰ ਆ ਕੇ ਦਰਸ਼ਨ ਦਿਓ। ਅਸ ਪ੍ਰਕਾਰ ਅਭਿਲਾਖਾ, ਦਿਲ ਪਤ ਬਤ ਬਿਕਟ ਜਿਉ ਸਾਖਾ। ਇਦਾਂ ਹੀ ਦਿਨ ਰਾਤ ਜਿਵੇਂ ਜਿਵੇਂ ਦਿਨ ਨਿਕਲਦੇ ਨੇ ਉਦਾਂ ਉਦਾਂ ਉਹਦੇ ਮਨ ਦੇ ਅੰਦਰ ਦੀ ਤਾਂਘ ਵੱਧਦੀ ਹੈ ਕਿ ਸਤਿਗੁਰੂ ਰਹਿਮਤ ਕਰੋ, ਮੈਨੂੰ ਦਰਸ਼ਨ ਦੇਵੋ। ਇਦਾਂ ਇੱਛਾ ਵੱਧਦੀ ਹੈ ਜਿਵੇਂ ਪੇੜ ਦੇ ਉੱਤੇ ਲੱਗੀਆਂ ਹੋਈਆਂ ਸ਼ਾਖਾਵਾਂ ਟਹਿਣੀਆਂ ਜਿਵੇਂ ਵੱਧਦੀਆਂ ਨੇ, ਬਸ ਇਦਾਂ ਹੀ ਉਹਦੀ ਵੀ ਇੱਛਾ ਵੱਧਦੀ ਹੈ। ਰਹਿਣ ਵਿਖੇ ਨਿੰਦਰਾ ਦਿਨ ਤਿਆਗੀ, ਜਿਨ ਮੈਂ ਭੁੱਖ ਪਿਆਸਾ ਭਾਗੀ। ਹੁਣ ਰਾਤ ਨੂੰ ਹੀ ਚੇਤਾ ਗੁਰੂ ਦਾ ਹੁੰਦਾ ਹੈ ਵੀ ਸਤਿਗੁਰੂ ਦਰਸ਼ਨ ਦੇਣ ਕਿਤੇ ਰਾਤ ਨੂੰ ਨਾ ਆ ਜਾਣ। ਨੀਂਦ ਘੱਟ ਹੁੰਦੀ, ਹੁਣ ਨੀਂਦ ਵੀ ਛੱਡੀ ਹੋਈ ਹੈ, ਤਿਆਗ ਦਿੱਤੀ ਹੈ, ਵੀ ਕਿਤੇ ਇਹ ਨਾ ਹੋਵੇ ਵੀ ਸਤਿਗੁਰੂ ਰਾਤ ਨੂੰ ਆ ਜਾਣ, ਮੈਨੂੰ ਦਰਸ਼ਨ ਦੇਣ ਤੇ ਮੈਂ ਸੁੱਤਾ ਰਹਿ ਜਾਵਾਂ। ਦਿਨੇ ਖਾਣਾ ਪੀਣਾ ਘੱਟ ਕਰ ਦਿੱਤਾ, ਕਿਤੇ ਇਹ ਨਾ ਹੋਵੇ ਕਿ ਸਮਾਂ ਖਾਣ ਪੀਣ ਚ ਲੱਗ ਜਾਵੇ ਤੇ ਸਤਿਗੁਰੂ ਦਰਸ਼ਨ ਦੇਣ ਆਏ ਉਹ ਕਿਤੇ ਉਦਾਂ ਹੀ ਮੁੜ ਜਾਏ। ਇਦਾਂ ਨਾ ਹੁੰਦਾ।
ਕਿਤੇ ਮੇਰੇ ਆਪਣੇ ਕੰਮਾਂ ਦੇ ਵਿੱਚ ਗੁਰੂ ਦੇ ਦਰਸ਼ਨ ਨਾ ਛੁੱਟ ਜਾਵਣ। ਪ੍ਰੇਮ ਉਧਾਰ ਜੀਵਨ ਜੈ ਕੋ ਲੋਚਨ ਚੰਦ ਰਹਿਤ ਜਦ ਤੈ ਕੋ। ਬਸ ਦਿਨ ਰਾਤ ਨੇਤਰਾਂ ਦੇ ਵਿੱਚ ਇੱਕੋ ਹੀ ਤਾਂਘ ਰਹਿੰਦੀ ਹੈ ਕਿ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਸੇ ਦਿਨ ਆ ਕੇ ਮੈਨੂੰ ਦਰਸ਼ਨ ਦੇ ਜਾਣ, ਮੇਰਾ ਹਿਰਦਾ ਸ਼ਾਂਤ ਹੋ ਜਾਵੇ। ਇਸ ਅਤ ਭਾਂਦ ਬਿਤਾਏ ਜੈ ਕੀ ਜਾਗ ਭਾਗ ਸੁਹਾਏ। ਬਸ ਇਦਾਂ ਹੀ ਕਰਦਿਆਂ ਰਾਜੇ ਸ਼ਿਵਨਾਥ ਨੇ ਕਈ ਦਿਨ ਬਤੀਤ ਕਰ ਦਿੱਤੇ, ਬੜਾ ਸਮਾਂ ਬਤੀਤ ਕਰ ਦਿੱਤਾ। ਭਾਈ ਗੁਰਦਾਸ ਜੀ ਦੇ ਬੜੇ ਸੋਹਣੇ ਲਫ਼ਜ਼ ਨੇ। ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਵਿਤਾਵਾਂ ਨੂੰ ਪੜ੍ਹੀਏ, ਮਨ ਆਨੰਦ ਦੇ ਨਾਲ ਭਰਦਾ। ਸੌਖੇ ਜੇ ਗੁਰੂ ਦੇ ਸਿਧਾਂਤ ਨੂੰ ਸੌਖਿਆ ਸਮਝਣਾ ਹੋਵੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਵਿਤ ਜ਼ਰੂਰ ਪੜ੍ਹੀਏ। ਸਾਡੀ ਹਾਲਤ ਏਦਾਂ ਦੀ ਹੈ, ਸਾਨੂੰ ਸਾਰਾ ਕੁਝ ਅਸੀਂ ਮਹਿੰਗਾ ਬੜਾ ਕੁਝ ਖਰੀਦ ਸਕਦੇ ਹਾਂ, ਬੜਾ ਕੁਝ ਮਹਿੰਗਾ ਅਸੀਂ ਖਰੀਦਿਆ ਆਪਣੇ ਘਰਾਂ ਦੇ ਅੰਦਰ। ਸਤਿਗੁਰੂ ਇਹ ਨਹੀਂ ਮਨਾ ਕਰਦੇ ਕਿ ਜੇ ਮਹਿੰਗੀਆਂ ਚੀਜ਼ਾਂ ਨੇ ਤੇ ਮਹਿੰਗਾ ਵਰਤਣਾ ਬੰਦ ਕਰਦੇ, ਮਹਿੰਗੀਆਂ ਵਸਤਾਂ ਘਰ ਦੇ ਅੰਦਰ ਲਿਆਉਣੀਆਂ ਬੰਦ ਕਰਦੇ। ਸਤਿਗੁਰੂ ਕਿਤੇ ਨਹੀਂ ਇਹ ਕਹਿੰਦੇ। ਇਹ ਸੋਚ ਹੋਰਾਂ ਦੀ ਹੋਵੇਗੀ ਪਰ ਗੁਰੂ ਨੇ ਨਹੀਂ ਸਿਖਾਇਆ। ਸਤਿਗੁਰੂ ਕਹਿੰਦੇ ਜੋ ਹੈ ਉਹ ਵਰਤ, ਚੰਗਾ ਵਰਤ। ਬਸ ਇਹਨਾਂ ਚੇਤਾ ਰੱਖੀ, ਠੱਗੀ ਠੋਰੀ ਨਾ ਹੋਵੇ, ਚੰਗਾ ਵਰਤੀ, ਮਿਹਨਤ ਦੇ ਨਾਲ ਕਮਾ ਕੇ ਜਿੰਨਾ ਚੰਗਾ ਹੋਵੇ ਬਸ ਸਕਦਾ ਹੈ, ਕੋਈ ਬਣਾਈ ਨਹੀਂ ਹੈ। ਇਤੋਂ ਤੱਕ ਤੂੰ ਸੁਲਤਾਨ ਬਣਾ। ਬਸ ਇੱਕ ਚੇਤਾ ਰੱਖੀ, ਸਿਧਾਂਤ ਦਿਆ ਸੁਲਤਾਨ ਹੋਵਾਂ, ਮੇਲ ਲਸ਼ਕਰ ਤਖਤ ਰਾਖਾਂ ਪਾਉ। ਬਸ ਇਹ ਚੇਤਾ ਰੱਖੀ ਵੀ ਇਦਾਂ ਦਾ ਵੀ ਕਿਤੇ ਜੀਵਨ ਆ ਜਾਏ ਨਾ, ਫਿਰ ਇਹ ਨਾ ਸੋਚ ਲਵੇ ਵੀ ਮੈਂ ਹੁਣ ਗੁਰੂ ਨੂੰ ਛੱਡ ਦੇਵਾਂ, ਗੁਰੂ ਦਾ ਸਿਧਾਂਤ ਛੱਡ ਦੇਵਾਂ, ਗੁਰੂ ਦੇ ਸ਼ਬਦ ਨੂੰ ਛੱਡ ਦੇਵਾਂ। ਕਿਤੇ ਇਦਾਂ ਨਾ ਹੋ ਜਾਏ, ਕਿਤੇ ਇਦਾਂ ਦਾ ਜੀਵਨ ਨਾ ਬਣ ਹੋਵੇ। ਜੋ ਮਰਜ਼ੀ ਚੰਗਾ ਵਰਤ, ਜਿੰਨਾ ਚੰਗਾ ਵਰਤ ਸਕਦਾ ਹੈ, ਪਰ ਇੱਕ ਚੇਤਾ ਰੱਖੀ ਵੀ ਗੁਰੂ ਦਾ ਸਿਧਾਂਤ ਨਾ ਭੁੱਲੇ। ਭਾਈ ਗੁਰਦਾਸ ਜੀ ਸਮਝਾਉਂਦੇ ਨੇ, ਉਹਨਾਂ ਨੇ ਉਦਾਹਰਨਾਂ ਅਕਸਰ ਗੁਰਬਾਣੀ ਦੇ ਅੰਦਰ ਤਿੰਨ ਜੀਵਾਂ ਦੀਆਂ ਉਦਾਹਰਨਾਂ ਭਾਈ ਗੁਰਦਾਸ ਜੀ ਨੇ ਵੀ ਬੜੀ ਵਾਰ ਦਿੱਤੀਆਂ ਨੇ, ਗੁਰਬਾਣੀ ਦੇ ਅੰਦਰ ਵੀ ਬੜੀਆਂ ਹੁੰਦੀਆਂ ਨੇ। ਇੱਕ ਪਤੰਗੇ ਦੀ, ਇੱਕ ਭੌਰੇ ਦੀ, ਇੱਕ ਮੱਛੀ ਦੀ। ਇਹ ਬਹੁਤਾਤ ਵਰਤੀਆਂ ਹੋਈਆਂ ਨੇ। ਇਹਨਾਂ ਦੇ ਨਾਲ ਪੁੱਤਰ ਦੀ ਉਦਾਹਰਣ ਬਾਕੀ ਵੀ ਬਹੁਤ ਨੇ, ਪਰ ਇਹ ਬਹੁਤਾਤ ਵਰਤੀਆਂ ਹੋਈਆਂ। ਭਾਈ ਗੁਰਦਾਸ ਜੀ ਲਫ਼ਜ਼ ਵਰਤੇ, ਕਹਿੰਦੇ ਦੇਖ ਇੱਕ ਸੌਖਾ ਜਿਹਾ ਢੰਗ ਦੱਸ ਦੇਵਾਂ ਤੈਨੂੰ, ਤੂੰ ਆਪਣੇ ਆਲੇ ਦੁਆਲੇ ਤੋਂ ਸਿੱਖ ਸਕਦਾ ਹੈ ਕਿ ਗੁਰੂ ਦੇ ਨਾਲ ਪ੍ਰੀਤ ਕਿਵੇਂ ਦੀ ਬਣਾਉਣੀ। ਕਿਉਂਕਿ ਉਹਨਾਂ ਨੇ ਬਣਾਈ, ਜਿਹਨੇ ਬਣਾਈ ਹੋਈ ਹੈ ਨਾ ਉਹਨੂੰ ਉਹੀ ਸਿਖਾਏਗਾ ਨਾ। ਦੂਜਾ ਕਿਵੇਂ, ਜਿਹੜਾ ਆਪ ਹੀ ਨਹੀਂ ਕਦੇ ਜੁੜਿਆ ਮੇਰੇ ਵਰਗਾ, ਉਹ ਦੂਜੇ ਨੂੰ ਕੀ ਸਿਖਾ ਦੇਗਾ ਵੀ ਭਾਈ ਏਦਾਂ ਜੁੜਨਾ ਹੈ, ਜਿਹੜਾ ਆਪ ਹੀ ਨਹੀਂ ਲੱਗਿਆ। ਸਤਿਗੁਰੂ ਮਹਾਰਾਜ ਤੇ ਵਧੀਕ ਦੇ ਅੰਦਰ ਬਖਸ਼ਿਸ਼ ਕਰਦੇ, ਪੜ੍ਹਦੇ ਸ਼ਲੋਕ ਜਦੋਂ ਭੋਗ ਵੇਲੇ, ਉਸ ਤੋਂ ਪਹਿਲਾਂ ਇਹ ਵਧੀਕਾਂ ਦੇ ਸ਼ਲੋਕ ਨੇ। ਸਤਿਗੁਰੂ ਸਮਝਾਉਂਦੇ ਕਿ ਇਹਦੇ ਪਾਰ ਜਾਣਾ ਹੈ ਕਿਸੇ ਨੇ ਨਦੀ ਤੋਂ, ਨਦੀ ਤੋਂ ਪਾਰ ਜਾਣਾ ਹੈ ਤੇ ਰਸਤਾ ਉਹਦੇ ਕੋਲੋਂ ਪੁੱਛੀ ਜਿਹੜਾ ਲੰਘਿਆ ਹੋਇਆ ਹੈ, ਕਿਤੇ ਇਹ ਨਾ ਹੋਵੇ ਉਦਾਂ ਹੀ ਕੋਈ ਕਿਨਾਰੇ ਤੇ ਇੱਧਰ ਵਾਲੇ ਤੇ ਬੈਠਾ ਹੋਵੇ, ਤੈਨੂੰ ਪੁੱਛ ਲਵੇ ਵੀ ਭਾਈ ਆ ਨਦੀ ਪਾਰ ਕਰਨੀ ਆ, ਤੈਨੂੰ ਉਦਾਂ ਹੀ ਇਸ਼ਾਰਾ ਕਰ ਦੇਗਾ ਇੱਥੋਂ ਲੰਘ ਜਾ। ਇਹ ਨਾ ਹੋਵੇ ਡੂੰਘੇ ਪਾਣੀ 'ਚ ਡੁੱਬਿਆ ਪਿਆ ਹੋਵੇ। ਉਹਨੂੰ ਪੁੱਛੀ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜੰਗ ਕਰ, ਜਿਹੜੇ ਕੱਲ ਤਰੇ ਨੇ, ਜਿਹੜੇ ਕੱਲ ਲੰਘ ਕੇ ਗਏ ਉਹਨਾਂ ਦੇ ਕੋਲੋਂ ਪੁੱਛੀ। ਭਾਈ ਗੁਰਦਾਸ ਜੀ ਦੇ ਕਹਿੰਦੇ ਫਿਰ ਇਦਾਂ ਦੀ ਪ੍ਰੀਤ ਪਾਣੀ ਤੇ ਜਿਵੇਂ ਦੀ ਇੱਕ ਪਤੰਗੇ ਦੀ ਪ੍ਰੀਤ ਹੈ ਦੀਪਕ ਦੇ ਨਾਲ। ਦੀਪਕ ਭਇਆਵਤ ਪਤੰਗ ਪ੍ਰੀਤ ਰੀਤ ਲੱਗ। ਹੁਣ ਉੱਥੇ ਕੀ ਹੋਇਆ, ਪਤੰਗੇ ਨੇ ਬੜੀ ਪ੍ਰੀਤ ਦੇ ਨਾਲ, ਬੜੇ ਪਿਆਰ ਦੇ ਨਾਲ ਆ ਕਰਕੇ ਦੀਪਕ ਦੇ ਕੋਲ ਆਇਆ, ਉਹਦੀ ਸਮਾਂ ਦੇ ਉੱਤੇ ਆਇਆ, ਲਾਟ ਦੇ ਉੱਤੇ ਆਇਆ। ਉੱਥੋਂ ਕੀ ਬਣਿਆ, ਦੀਪਕ ਭਇਆਵਤ ਪਤੰਗ ਪ੍ਰੀਤ ਰੀਤ ਲੱਗ, ਦੀਪਕ ਮਹਾ ਵਿਪਰੀਤ ਮਿਲਿਆ ਜਾ ਹੈ। ਹੁਣ ਉੱਥੇ ਉਲਟਾ ਹੋਇਆ, ਮਹਾ ਵਿਪਰੀਤ ਹੋ ਗਈ। ਪਤੰਗੇ ਦੀ ਪ੍ਰੀਤ ਸੀ ਉਸ ਦੀਵੇ ਦੇ ਨਾਲ, ਦੀਪਕ ਦੇ ਨਾਲ। ਦੀਪਕ ਨੇ ਪਤੰਗੇ ਨੂੰ ਸਾੜ ਕੇ ਰੱਖ ਦਿੱਤਾ। ਇੱਥੇ ਤੇ ਮਹਾ ਵਿਪਰੀਤ ਹੋ ਰਹੀ। ਦੂਜੀ ਉਦਾਹਰਨ ਦਿੱਤੀ ਭਾਈ ਗੁਰਦਾਸ ਜੀ ਨੇ, ਕਹਿੰਦੇ ਅਲ ਚਲ ਆਵਤ ਕਮਲ ਪਹਿ ਸਨੇਹ ਕਰ, ਕਮਲ ਸੰਪੁਟ ਬਾਂਧ ਪ੍ਰਾਨ ਪਰ ਹਾਰ। ਕਹਿੰਦੇ ਅਲ ਆਇਆ, ਭੌਰਾ ਆਇਆ ਕਮਲ ਦੇ ਕੋਲ ਆ ਕੇ ਉਹ ਬੈਠ ਗਿਆ। ਮਨ ਇੰਨਾ ਕੁ ਜੁੜਿਆ, ਇੰਨਾ ਕੁ ਪਿਆਰ ਆਂਖ ਉਹਦੇ ਨਾਲ ਬਣੀ, ਉਸ ਰਸ ਦੇ ਨਾਲ, ਕਮਲ ਦੇ ਫੁੱਲ ਦੇ। ਉਹ ਸ਼ਾਮ ਨੂੰ ਕਮਲ ਦਾ ਫੁੱਲ ਬੰਦ ਹੋਇਆ, ਉਸ ਭੌਰੇ ਦੀ ਉਹਦੇ ਵਿੱਚ ਹੀ ਮੌਤ ਹੋ ਗਈ। ਕਮਲ ਨੇ ਇੱਕ ਵਾਰ ਨਹੀਂ ਕਿਹਾ ਕਿ ਮੇਰਾ ਸਮਾਂ ਹੋ ਗਿਆ ਬੰਦ ਹੋਣ ਦਾ, ਤੂੰ ਉੱਠ ਜਾ, ਨਹੀਂ ਕਿਹਾ।
ਅਗਲੀ ਉਦਾਹਰਨ ਦਿੱਤੀ ਮੱਛੀ ਦੀ। ਭਾਈ ਗੁਰਦਾਸ ਜੀ ਕਹਿੰਦੇ ਮਨ ਵਚ ਕਰਮ ਮੀਨ ਲਿਵ ਲੀਨ ਗਤ ਮਨ ਕਰਕੇ ਬਚਨਾ ਕਰਕੇ ਕੰਮਾਂ ਕਰਕੇ ਮੱਛੀ ਨੇ ਆਪਣੀ ਪ੍ਰੀਤ ਪਾਣੀ ਦੇ ਨਾਲ ਜੋੜੀ ਹੋਈ ਸੀ। ਪਰ ਜਦੋਂ ਮਛੁਆਰੇ ਨੇ ਜਾਲ ਪਾਇਆ, ਪਾਣੀ ਨੇ ਇੱਕ ਵਾਰ ਨਹੀਂ ਕਿਹਾ ਵੀ ਭਾਈ ਇਹਨੂੰ ਨਾ ਕੱਢ, ਇਹਦੀ ਮੌਤ ਹੋ ਜਾਏਗੀ। ਮੱਛੀ ਨੂੰ ਪਾਣੀ ਚੋਂ ਕੱਢਿਆ, ਪਾਣੀ ਦੇ ਵਿਛੋੜੇ ਚੋਂ ਦੀ ਮੌਤ ਹੋ ਰਹੀ ਹੈ, ਪਰ ਪਾਣੀ ਨੇ ਇੱਕ ਵਾਰ ਵੀ ਮਛੁਆਰੇ ਨੂੰ ਨਹੀਂ ਕਿਹਾ ਵੀ ਇਹਨੂੰ ਬਾਹਰ ਨਾ ਕੱਢ। ਮਨ ਵਚ ਕਰਮ ਮੀਨ ਲਿਵ ਲੀਨ ਗਤ ਵਿਚਰਤ ਰਾਤ ਨਾ ਸਕਤ ਗਹਿ ਡਾਰ ਹੈ। ਅੱਗੇ ਭਾਈ ਗੁਰਦਾਸ ਜੀ ਆਪਣਾ ਸਿਧਾਂਤ ਦਿੰਦੇ ਨੇ ਵੀ ਆਹ ਸਿਧਾਂਤ ਇਹਦੇ ਦੇਖ ਆ ਕਿੰਨਾ ਦੁੱਖ ਸਿਆ ਨਾ ਇਹਨਾਂ ਨੇ, ਫਿਰ ਵੀ ਛੱਡਦੇ ਨਹੀਂ। ਦੁੱਖ ਦਾਈ ਪ੍ਰੀਤ ਕੀ ਪ੍ਰਤੀਤ ਕੈ ਮਰੈ ਨਾ ਡਰੈ, ਗੁਰ ਸਿੱਖ ਸੁਖ ਦਾਈ ਪ੍ਰੀਤ ਕਿਉ ਮਸਾਰ। ਉਹ ਗੁਰੂ ਦੇ ਸਿੱਖਾਂ ਤੇਰੇ ਵਾਸਤੇ ਤੇ ਸੁਖ ਹੈ ਨਾ, ਤੇਰੇ ਵਾਸਤੇ ਤੇ ਤੇਰੇ ਗੁਰੂ ਨੇ ਆਪਣੇ ਚਾਰੇ ਪੁੱਤਰ ਵਾਲੇ, ਤੇਰੇ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਘਰ ਛੱਡ ਕੇ ਆਪਣੇ ਦੋ ਛੋਟੇ ਛੋਟੇ ਬੱਚਿਆਂ ਨੂੰ ਘਰ ਚੋਂ ਬਾਹਰ ਪਰਿਵਾਰ ਛੱਡ ਕੇ ਆ ਗਏ ਤੇ ਤੈਨੂੰ ਸਿੱਧੇ ਰਾਹੇ ਪਾਇਆ ਜਾ ਸਕੇ। ਤੇਰੇ ਵਾਸਤੇ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਤਤੀ ਤਵੀ ਤੇ ਬੈਠ ਗਏ, ਤੇਰੇ ਵਾਸਤੇ ਕਲਗੀਧਰ ਪਾਤਸ਼ਾਹ ਨੇ ਆਪਣਾ ਅਨੰਦਪੁਰ ਦਾ ਕਿਲਾ ਛੱਡਿਆ, ਤੇਰੇ ਵਾਸਤੇ ਤੇ ਇੰਨਾ ਕੁਝ ਕੀਤਾ। ਹੁਣ ਇਸ ਤੋਂ ਜ਼ਿਆਦਾ ਹੋਰ ਕੀ ਕਰਨਾ ਹੈ ਗੁਰੂ ਦੇ ਕੋਲੋਂ। ਫਿਰ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਹੁਣ ਇੱਕੋ ਹੀ ਗੱਲ ਬਚ ਗਈ, ਇਹ ਕਹਿਣ ਵਾਸਤੇ ਬਹੁਤਾ ਨਹੀਂ, ਹੁਣ ਇੱਕੋ ਹੀ ਚੀਜ਼ ਬਚੀ ਹੈ। ਗੁਰੂ ਪੂਰਾ ਹੈ, ਗੁਰੂ ਸੂਰਮਾ ਹੈ, ਗੁਰੂ ਦੇ ਵਿੱਚ ਕੋਈ ਕਮੀ ਨਹੀਂ ਹੈ। ਤੈਨੂੰ ਸਿਦਕ ਨਹੀਂ ਹੈ, ਤੇਰੇ ਅੰਦਰ ਦ੍ਰਿੜ ਨਿਸ਼ਚਾ ਨਹੀਂ ਹੋ ਵੱਖਰੀ ਗੱਲ, ਤੇਰੇ ਅੰਦਰ ਦ੍ਰਿੜ ਨਿਸ਼ਚਾ ਨਹੀਂ ਹੈ। ਗੁਰੂ ਪੂਰਾ ਕਬੀਰ ਸਾਚਾ ਸਤਿਗੁਰ ਕਿਆ ਕਰੈ। ਹੁਣ ਪੂਰਾ ਗੁਰੂ ਕੀ ਕਰੇ? ਜਾਓ ਸਿੱਖਾਂ ਮੈਂ ਝੂਠ ਜੀ ਮੇਰੇ ਅੰਦਰ ਕੀ ਕਰਨਾ ਹੀ ਨਹੀਂ ਸਿੱਖ ਰਿਹਾ, ਫਿਰ ਕਮਜ਼ੋਰੀ ਤੇ ਮੇਰੇ ਚ ਆ ਗਈ। ਉਦਾਹਰਣ ਬੜੀ ਕਮਾਲ ਦੀ ਦਿੱਤੀ ਪਰ ਕਬੀਰ ਸਾਹਿਬ ਨੇ, ਕਹਿੰਦੇ ਕਿਤੇ ਇੱਕ ਬੜਾ ਸੋਹਣਾ ਬੜਾ ਵਧੀਆ ਬਾਂਸਰੀ ਵਾਦਕ ਮਸ਼ਹੂਰ ਆਇਆ, ਉਹਨੂੰ ਜਾ ਕੇ ਕਿਸੇ ਨੇ ਕਿਹਾ ਵੀ ਅਸੀਂ ਸਮਾਗਮ ਕਰਾਉਣਾ ਹੈ, ਅਸੀਂ ਪ੍ਰੋਗਰਾਮ ਕਰਾਉਣਾ ਹੈ, ਉਹਦੇ ਜਾ ਕੇ ਤੂੰ ਬਾਂਸਰੀ ਵਜਾਉਣੀ। ਉਹ ਕਹਿੰਦਾ ਜੀ ਮੇਰਾ ਕੰਮ ਹੈ ਬਾਂਸਰੀ ਵਜਾਉਣਾ, ਮੈਂ ਮਨਾ ਕਿਉਂ ਕਰਾਂਗਾ? ਬਿਲਕੁਲ ਜੀ ਜਿੱਥੇ ਮਰਜ਼ੀ ਬੁਲਾ ਲਓ ਮੈਂ ਆ ਜਾਵਾਂਗਾ। ਕਹਿੰਦੇ ਪਰ ਇੱਕ ਸ਼ਰਤ ਹੈ। ਕਹਿੰਦਾ ਜੀ ਦੱਸੋ? ਕਹਿੰਦਾ ਸ਼ਰਤ ਇਹ ਆ ਵੀ ਜਿਹੜੀ ਬਾਂਸਰੀ ਆ ਨਾ ਉਹ ਅਸੀਂ ਦਵਾਂਗੇ ਤੈਨੂੰ, ਤੇਰੀ ਬਾਂਸਰੀ ਨਹੀਂ, ਜਿਹੜੀ ਅਸੀਂ ਬਾਂਸਰੀ ਦਵਾਂਗੇ ਤੂੰ ਉਹ ਵਜਾਉਣੀ ਹੈ। ਉਹ ਕਹਿੰਦਾ ਜੀ ਕੋਈ ਗੱਲ ਨਹੀਂ, ਬਾਂਸਰੀ ਦਾ ਤੇ ਕੋਈ ਮਸਲਾ ਨਹੀਂ ਹੈ, ਜਿਹੜੀ ਮਰਜ਼ੀ ਹੋਵੇ ਉਹੀ ਮੈਂ ਵਜਾ ਦਵਾਂਗਾ, ਮੇਰਾ ਕੰਮ ਹੈ। ਉਹਨੂੰ ਬਾਂਸਰੀ ਦਿੱਤੀ ਗਈ, ਸਾਰਾ ਜ਼ੋਰ ਲਾਇਆ ਪਰ ਉਹ ਸੁਰ ਨਹੀਂ ਕੱਢ ਸਕੇ। ਹੁਣ ਸਾਰੇ ਹੈਰਾਨ ਨੇ ਵੀ ਨਾ ਤੇ ਬੜਾ ਸੀ, ਹੁੰਦਾ ਤੈਨੂੰ ਕੁਝ ਵੀ ਨਹੀਂ, ਇਹਦੇ ਕੋਲ ਤੇ ਇੱਕ ਸੁਰ ਨਹੀਂ ਨਿਕਲਦੀ। ਹੈਰਾਨ ਹੋ ਕੇ ਉਹਨੇ ਦੇਖਿਆ, ਕਹਿੰਦਾ ਬਈ ਮੇਰੀ ਕਮਜ਼ੋਰੀ ਨਹੀਂ ਹੈ, ਇਹਦੇ ਚ ਮੇਰੀ ਕਮੀ ਨਹੀਂ ਹੈ। ਉਹਦਾ ਉਸਤਾਦ ਬੈਠਾ, ਉਹ ਕਹਿੰਦਾ ਇਹਦੀ ਕਮੀ ਨਹੀਂ ਆ। ਧਿਆਨ ਦੇ, ਇਸ ਬਾਂਸੁਰੀ ਦੇ ਵਿੱਚ ਉਹ ਰੋਕਣ ਵਾਲੀ ਜਿਹੜੀ ਚੀਜ਼ ਹੈ ਨਾ, ਜਿਹਦੇ ਨਾਲ ਹਵਾ ਨੇ ਰੁਕਣਾ ਸੀ ਤੇ ਫੇਰ ਸੁਰਾਂ ਨਿਕਲਣੀਆਂ ਸੀ, ਉਹ ਹੀ ਨਹੀਂ ਹੈ। ਸਿੱਖਾਂ ਦਾ ਵੀ ਹਾਲ ਇਹਨਾਂ ਦਾ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗੇ, ਕਿਉਂ ਬਾਂਸ ਵਜਾਈਐ ਫੂਕ। ਜਿਵੇਂ ਬਾਂਸ ਨੂੰ ਇੱਕ ਪਾਸਿਓਂ ਫੂਕ ਮਾਰੀ ਦੂਜੇ ਪਾਸੇ ਨਿਕਲ ਗਈ, ਕਿਤੇ ਇਹਦਾ ਦਾ ਹੀ ਹਾਲ ਕਿਤੇ ਨਾ ਕਿਤੇ ਉਹਨਾਂ ਸਿੱਖਾਂ ਦਾ ਵੀ ਹੋਇਆ, ਜਿਹੜੇ ਗੁਰੂ ਦੇ ਸ਼ਬਦ ਨੂੰ ਸੁਣਦੇ ਨਹੀਂ ਪਰ ਮੰਨਦੇ ਨਹੀਂ। ਕਹਿੰਦੇ ਜ਼ਰੂਰ ਨੇ ਗੁਰੂ ਪਰ ਮੰਨਦੇ ਨਹੀਂ ਗੁਰੂ ਦੀ। ਸਤਿਗੁਰੂ ਰਹਿਮਤ ਕਰਨ ਸਾਡੇ ਹਿਰਦੇ ਦੇ ਅੰਦਰ ਦ੍ਰਿੜ ਨਿਸ਼ਚਾ, ਗੁਰੂ ਦੇ ਉੱਤੇ ਭਰੋਸਾ ਆ ਜਾਏ। ਗੁਰ ਇਤਿਹਾਸ ਦੀ ਵਿਚਾਰ ਕਰਦੇ ਹਾਂ, ਗੁਰ ਸਿਧਾਂਤ ਦੀ ਵਿਚਾਰ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।